CNE न्यूज में आप सभी का स्वागत है और अब लेते हैं खबर विशेष की ये खबर। गत अप्रैल माह से रिवाइज डीसी रेट की नोटिफिकेशन करवाने के लिए आउटसोर्सेस वर्करों के लिए सिक्योर्ड पॉलिसी बनवाने, समान काम समान वेतन के अलावा अन्य मांगों को लेकर आज रोड डिपार्टमेंट के सैकड़ों कर्मचारियों ने कोऑर्डिनेशन कमेटी के नेतृत्व में सेक्टर 25 स्थित रैली ग्राउंड में जोरदार प्रदर्शन किया और प्रशासन का पुतला भी फूंका। प्रदर्शनकारियों ने मांग की कि डिप्टी कमिश्नर से 27 मई को हुई मीटिंग की भावना के अनुसार डीसी रेट्स की अधिसूचना जारी करे। कोऑर्डिनेशन कमेटी के महासचिव राकेश कुमार और प्रधान ने जो कहा जरूर सुने ताकि मांगों की गंभीरता को समझा जा सके। खबर में आगे बढ़ने से पहले आप सभी से आग्रह है कि इस लोकप्रिय चैनल CNE न्यूज को जरूर सब्सक्राइब करें। अब सुनते हैं राकेश कुमार। साडा लगातार जिहड़ा प्रोग्राम साडी 7 मई की कन्वेंशन च आपां पास कीता सी कि लगातार पुतले फूक मुजाहरे चलणगे। 25 ਨੂੰ ਆਪਾਂ ਵੱਡੀ ਰੈਲੀ ਕੀਤੀ ਸੀ 25 ਮਈ ਨੂੰ। ਉਦੋਂ ਬਾਅਦ ਲਗਾਤਾਰ ਸਾਡੇ ਪੁਤਲਾ ਫੂਕ ਮੁਜਾਹਰੇ ਚੱਲ ਰਹੇ ਆ। ਅੱਜ ਤੀਸਰਾ ਪੁਤਲਾ ਆਪਾਂ ਫੂਕ ਰਹੇ ਆ। 13 ਤਰੀਕ ਨੂੰ ਚੌਥਾ ਤੇ 14 ਨੂੰ ਫਿਰ ਆਪਾਂ ਪੰਜਵਾਂ ਪੁਤਲਾ ਫੂਕਣਾ। ਉਦੋਂ ਬਾਅਦ 20 ਤਰੀਕ ਨੂੰ ਵੱਡਾ ਜਿਹੜਾ ਪ੍ਰਸ਼ਾਸਕ ਦੇ ਖਿਲਾਫ ਆਪਾਂ ਚੰਡੀਗੜ੍ਹ ਦੇ ਵਿੱਚ ਅੰਦੋਲਨ ਕਰ ਰਹੇ ਆ। 25 ਤਰੀਕ ਉਹਦੇ ਵਿੱਚ ਆਪਾਂ ਪ੍ਰਸ਼ਾਸਕ ਦਾ ਸਾਹਿਬ ਦਾ ਪੁਤਲਾ ਫੂਕਾਂਗੇ 20 ਤਰੀਕ ਨੂੰ, ਜਿਹਦੀ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਚੰਡੀਗੜ੍ਹ ਦੇ ਜਿਹੜੇ ਥੱਲੜੇ ਪੱਧਰ ਦੇ ਅਧਿਕਾਰੀ ਉਹਨਾਂ ਦੀ ਹੋਊਗੀ। ਉਹਦਾ ਕਾਰਨ ਬੜਾ ਸਪਸ਼ਟ ਹੈ ਕਿ ਸਾਡੀਆਂ ਜਿਹੜੀਆਂ ਡਿਮਾਂਡਸ ਆ ਉਹਨਾਂ 'ਤੇ ਸੰਜੀਦਗੀ ਨਾਲ ਨਹੀਂ ਵਿਚਾਰਿਆ ਜਾ ਰਿਹਾ। ਗੱਲਬਾਤ ਹੋ ਰਹੀ ਹੈ, ਸਾਡੀ ਮੀਟਿੰਗਾਂ ਹੋ ਰਹੀਆਂ ਲਗਾਤਾਰ ਪ੍ਰਸ਼ਾਸਨ ਹਰ ਅਧਿਕਾਰੀ ਨਾਲ ਨਿਚਲੇ ਲੈਵਲ 'ਤੇ, ਪਰ ਉਹ ਜਿਹੜੇ ਫੈਸਲੇ ਉੱਥੇ ਹੁੰਦੇ ਆ ਉਹ ਲਾਗੂ नहीं होंगे। कौन सी वो मांगे हैं जो लागू नहीं हो रही? जिस तरह आउटसोर्स के मुलाजम आ, प्रशासन ने एक हदायत जारी कर दित्तियां भी कोई ठेकेदार किसी को पैसा नहीं मंगूगा, बंदे कढ़े ने जाणगे। उहदे बावजूद रोड दे विच 10-10 हज़ार रुपया मंगया जा रहा। जदों ठेका चेंज हुंदा धमकाउंदे आ तुहानूं कढ़ देंगे, दिओ नहीं तो 10,000। आ खड़े आ सारे मुलाजम उही आ बेचारे। अज जिहड़ा धरना भी उन्हां दा ही रोड वालियां दा ही आ ते आपां मंग करदे प्रशासक साहब को कि इन्हां नूं जिहड़े फैसले कीते आ ओह लागू करो। दूसरी गल कुछ ਇਹੋ ਜਿਹੇ ਇਸ਼ੂਜ਼ ਹੈਗੇ ਆ ਜਿਹੜੇ ਸਮਰਥ ਅਧਿਕਾਰੀ ਜਿਨ੍ਹਾਂ ਨੇ ਫੈਸਲਾ ਕਰਨਾ ਉਹ ਮੀਟਿੰਗਾਂ ਵਿੱਚ ਨਹੀਂ ਹੁੰਦੇ, ਜਿਸ ਕਰਕੇ ਇਹ ਜਿਹੜੇ ਆ ਫੈਸਲੇ ਲਿੰਗਰ ਆਨ ਹੋ ਰਹੇ ਆ। ਇਕੁਅਲ ਵਰਕ ਇਕੁਅਲ ਪੇ ਦਿੱਤਾ ਜਾਵੇ। ਡੀਸੀ ਰੇਟ ਸਾਡੀ ਸੈਲਰੀ ਨਹੀਂ ਐਕਚੁਅਲੀ। ਡੀਸੀ ਰੇਟ ਤੇ ਟੈਂਪਰੇਰੀ ਜੇ ਕੰਮ ਕਰਾਉਣਾ ਮਹੀਨੇ 2 ਮਹੀਨੇ 7 ਦਿਨ ਦਾ ਹਫਤੇ ਦਾ ਕੰਮ ਕਰਾਉਣਾ ਉਹਦੇ ਵਾਸਤੇ ਹੁੰਦੇ ਡੀਸੀ ਰੇਟ। ਸਾਡਾ ਤੇ ਕੰਮ ਰੈਗੂਲਰ ਆ, ਜੌਬ ਰੈਗੂਲਰ ਆ, ਫਿਰ ਇਕੁਅਲ ਵਰਕ ਇਕੁਅਲ ਪੇ ਕਿਉਂ ਨਹੀਂ ਦਿੱਤਾ ਜਾ ਰਿਹਾ? ਖਾਲੀ ਪੋਸਟਾਂ ਚੰਡੀਗੜ੍ਹ 'ਚ ਅਬੋਲਿਸ਼ ਹੋ ਰਹੀਆਂ, ਉਹਨਾਂ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂਗਾ। ਜ਼ਿੰਮੇਵਾਰੀ ਕਿਉਂ ਨਹੀਂ ਫਿਕਸ ਕੀਤੀ ਜਾਂਦੀ? ਜੇ ਡਿਪਾਰਟਮੈਂਟ ਕਿਸੇ ਦੇ ਵਿੱਚ ਪੋਸਟ ਨਹੀਂ ਭਰੀ ਜਾਂਦੀ ਉੱਥੋਂ ਦਾ HOD ਜ਼ਿੰਮੇਵਾਰ ਹੋਵੇ ਉਸ ਗੱਲ ਦਾ ਕਿ ਕਿਉਂ ਨਹੀਂ ਭਰੀਗੀ, ਪੋਸਟ ਅਬੋਲਿਸ਼ ਕਿਉਂ ਹੋ ਰਹੀ ਆ। ਨਵੀਆਂ ਪੋਸਟਾਂ ਸਰਕਾਰ ਦੇ ਨਹੀਂ ਰਹੇ, ਉਹਦੀ ਜਗ੍ਹਾ ਠੇਕੇਦਾਰੀ ਸਿਸਟਮ ਲਿਆ ਰਿਹਾ ਪ੍ਰਸ਼ਾਸਨ, ਤੇ ਜਿਹੜੀਆਂ ਪੋਸਟਾਂ ਸਾਡੇ ਕੋਲ ਖਾਲੀ ਆ ਉਹ ਭਰੀਆਂ ਨਹੀਂ ਜਾ ਰਹੀਆਂ। ਇਸ ਕਰਕੇ ਆਪਾਂ ਪ੍ਰਸ਼ਾਸਕ ਸਾਹਿਬ ਨੂੰ ਅੱਜ ਬੇਨਤੀ ਕੀਤੀ ਆ, ਆਪਣੇ ਪ੍ਰੈਸ ਨੋਟ 'ਚ ਵੀ ਦੇ ਰਹੇ ਹਾਂ ਕਿ ਪ੍ਰਸ਼ਾਸਕ ਸਾਹਿਬ ਦਖਲਅੰਦਾਜ਼ੀ ਕਰੋ। ਇਹ ਨਹੀਂ ਤੇ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਆ ਉਹ ਵੱਡੇ ਪੱਧਰ 'ਤੇ ਹੋਊਗੀ, ਕਿਉਂਕਿ ਦੇਖੋ ਚੰਡੀਗੜ੍ਹ ਦੇ ਵਿੱਚ ਟ੍ਰੇਡ ਯੂਨੀਅਨ ਜਿਹੜੀ ਆ ਇਸ ਵੇਲੇ ਏਜੰਸੀਆਂ ਬਣਦੀਆਂ ਜਾ ਰਹੀਆਂ, ਜਿਹੜਾ ਸਾਡੇ ਲਈ ਬੜਾ ਚਿੰਤਾ ਦਾ ਵਿਸ਼ਾ ਕਿ ਟ੍ਰੇਡ ਯੂਨੀਅਨਾਂ ਇਸ ਮਸਲੇ 'ਤੇ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ। ਘੱਟੋ ਘੱਟ ਆਊਟਸੋਰਸ ਦੇ ਇਸ਼ੂ 'ਤੇ ਇਕੱਠੇ ਨਹੀਂ ਹੋ ਰਹੇ। ਉਹਨਾਂ ਦੇ ਆਪਣੇ ਢੰਗ ਤਰੀਕੇ ਜਿਸ ਤਰ੍ਹਾਂ ਚੱਲ ਰਹੇ ਆ, ਪਰ ਆਪਾਂ ਲੜ ਰਹੇ ਹਾਂ, ਆਪਾਂ ਇਮਾਨਦਾਰੀ ਨਾਲ ਲੜ ਰਹੇ ਹਾਂ, ਲੜਾਂਗੇ। ਤੇ ਸਾਨੂੰ ਉਮੀਦ ਆ ਕਿ ਇਸ ਸਾਲ ਦੇ ਅੰਤ ਤੱਕ ਆਪਾਂ ਇਕੁਅਲ ਵਰਕ ਇਕੁਅਲ पे लागू कराने च कामयाब होवांगे। जिस तरह से एडवाइजर ने एक चिट्ठी जारी करके कहा था कि अगर कोई ठेकेदार अगर पैसा मांगता है तो उसके खिलाफ हम कार्रवाई करेंगे। लगातार एम्प्लॉइज़ जो हैं ये आउटसोर्स वाले इनसे पैसे मांगे जाते हैं ठेकेदारों की ओर से, फिर भी कोई कार्रवाई प्रशासन की ओर से नहीं है। प्रशासन की कमी है या यूनियन उस तरह से लड़ाई नहीं लड़ पा रही? देखो दोनों पासे ही है। ਜਿਹੜੇ ਪ੍ਰਸ਼ਾਸਕ ਨੇ ਲੈਟਰ ਕੱਢੀ ਸੀ ਪਹਿਲਾਂ ਉਹ ਤੇ ਉਦੋਂ ਬਾਅਦ 25 ਅਕਤੂਬਰ 2021 ਨੂੰ ਦੁਬਾਰਾ ਲੈਟਰ ਕੱਢੀ ਇਹਨਾਂ ਨੇ, ਉਹ 'ਚ ਟਰਮ ਐਂਡ ਕੰਡੀਸ਼ਨ ਜੈਮ ਪੋਰਟਲ ਦੇ ਵਿੱਚ ਪਾ ਦਿੱਤਾ ਕੋਈ ਠੇਕੇਦਾਰ ਪੈਸੇ ਨਹੀਂ ਮੰਗੂਗਾ, ਕੋਈ ਬੰਦਾ ਨਹੀਂ ਕੱਢਿਆ ਜਾਊਗਾ ਬਿਨਾਂ ਕਿਸੇ ਵਾਜਬ ਕਾਰਨ ਤੋਂ। ਉਹ ਰੈਗੂਲਰ ਮੁਲਾਜ਼ਮ 'ਤੇ ਵੀ ਕਾਰਵਾਈ ਹੁੰਦੀ ਆ। ਆਊਟਸੋਰਸ ਵਾਲਾ ਮੁਲਾਜ਼ਮ ਜੇ ਕੰਮ ਨਹੀਂ ਕਰਦਾ, ਕੋਈ ਉਹਦੀ ਮਿਸਕੰਡਕਟ ਨੂੰ ਕੱਢਿਆ ਜਾ ਸਕਦਾ, ਗੱਲ ਵੱਖਰੀ ਆ, ਪਰ ਕੋਈ ਪੈਸੇ ਨਹੀਂ ਮੰਗੂਗਾ, ਕੋਈ ਮੁਲਾਜ਼ਮ ਕੱਢਿਆ ਨਹੀਂ ਜਾਊਗਾ। ਇਹ ਜੈਮ ਪੋਰਟਲ ਦੇ ਕੰਡੀਸ਼ਨਾਂ ਦੇ ਵਿੱਚ ਪੈ ਗਿਆ, ਉਹਦੇ ਬਾਵਜੂਦ ਚੱਲ ਰਿਹਾ ਕੰਮ।
ਇਹਦਾ ਮਤਲਬ ਇਹ ਆ ਵੀ ਯੂਨੀਅਨਾਂ ਦਾ ਉੱਥੇ ਰੋਲ ਜਿਹੜਾ ਠੀਕ ਨਹੀਂ ਆ, ਜਾਂ ਜਿਹੜੇ ਮੌਕੇ ਦੇ ਅਧਿਕਾਰੀ ਆ ਇੱਥੇ ਉਹ ਠੇਕੇਦਾਰ ਨਾਲ ਰਲੇ ਆ। ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ। ਸਾਡੀ ਜਿਹੜੀ ਲੜਾਈ ਚੱਲ ਰਹੀ, ਪ੍ਰਿੰਸੀਪਲ ਲੜਾਈ ਆਪਾਂ ਲੜ ਰਹੇ ਚੰਡੀਗੜ੍ਹ ਦੇ ਵਿੱਚ, ਸਾਡੀ ਕੋਈ ਇਹ ਨਹੀਂ ਹੈ ਵੀ ਸੈਲਰੀ ਰੋਗੀ ਸੈਲਰੀ ਵਾਸਤੇ ਲੜਾਈ ਆ, ਜਾਂ ਕੋਈ ਬੰਦਾ ਕੱਢ ਦਿੱਤਾ ਉਹਦੇ ਵਾਸਤੇ ਲੜਾਈ ਆ। ਬੰਦੇ ਐਜੀਟੇਸ਼ਨ ਤੋਂ ਬਿਨਾਂ ਰਖਾ ਰਹੇ ਆ, DC ਰੇਟ ਲਾਗੂ ਹੋਣੇ ਆ ਬਿਨਾਂ ਐਜੀਟੇਸ਼ਨ ਤੋਂ, ਜਿਹੜੇ ਸਾਡੇ ਨਾਲ ਤੈਅ ਹੋ ਗਿਆ। ਐਜੀਟੇਸ਼ਨ ਉਹਨਾਂ ਚਿਰ ਹੁੰਦੀ ਜਦੋਂ ਤੱਕ ਕੋਈ ਇਸ਼ੂ ਤੈਅ ਨਹੀਂ ਹੁੰਦਾ। DC ਰੇਟ ਦਾ ਇਸ਼ੂ ਤੈਅ ਹੋ ਗਿਆ, ਸ਼ੁੱਕਰਵਾਰ ਫਾਈਨਲ, ਪਿਛਲੇ ਸ਼ੁੱਕਰਵਾਰ ਸਾਡੀ ਮੀਟਿੰਗ DC ਸਾਹਿਬ ਨੇ ਡਿਟੇਲ ਹੋਈ, ਉਹਦੇ 'ਚ ਫਾਈਨਲ ਹੋ ਗਿਆ। ਸਾਨੂੰ ਉਮੀਦ ਹੈ DC ਸਾਹਿਬ ਨੇ ਜੋ ਫੈਸਲੇ ਕੀਤੇ ਉਸੇ ਤਰ੍ਹਾਂ DC ਰੇਟ ਜਿਹੜੇ ਲਾਗੂ ਕਰਨਗੇ। ਇਸ ਕਰਕੇ ਸਾਡੀ ਸਿਧਾਂਤਕ ਲੜਾਈ ਆ, ਕੋਈ ਮੌਕੇ ਵਾਲੀ ਲੜਾਈ ਨਹੀਂ ਵੀ ਇਹਦੀ ਤਨਖਾਹ ਰੋਕਤੀ ਤੇ ਜਾ ਕੇ ਐਜੀਟੇਸ਼ਨ ਕਰ ਲਓ, ਇਹ ਬੰਦਾ ਕੱਢਤਾ ਐਜੀਟੇਸ਼ਨ ਕਰ ਲਓ। ਬੰਦਾ ਕੱਢਣ ਦਾ ਮਤਲਬ ਹੀ ਕੀ ਆ? ਕੱਢ ਸਕਦੇ ਨਹੀਂ ਜਦ ਕਾਨੂੰਨ ਬਣਾਇਆ ਸਰਕਾਰ ਨੇ। ਹਾਂ, ਜੇ ਕੋਈ ਬੰਦਾ ਹੀ ਗਲਤ ਹੈ ਉਹਦੇ ਨਾਲ ਆਪਾਂ ਜਾਂਦੇ ਨਹੀਂ ਵੀ ਤੇਰੀ ਗਲਤੀ ਕਰਕੇ ਤੂੰ ਨਿਕਲਿਆ। ਇਸ ਕਰਕੇ ਇਹ ਲੜਾਈ ਜਿਹੜੀ ਆ ਆਪਾਂ ਲੜ ਰਹੇ ਹਾਂ, ਸਿਧਾਂਤਕ ਲੜਾਈ, ਕਿ ਇਹਨਾਂ ਵਾਸਤੇ ਇੱਕ ਸਿਕਿਉਰਡ ਪਾਲਿਸੀ ਬਣਾਈ ਜਾਵੇ, ਇਕੁਅਲ ਵਰਕ ਇਕੁਅਲ ਪੇ ਲਾਗੂ ਕੀਤਾ ਜਾਵੇ। ਤੇ ਸਾਨੂੰ ਪੂਰੀ ਉਮੀਦ ਆ ਕਿ ਜਿਸ ਤਰੀਕੇ ਨਾਲ ਸਾਨੂੰ ਲੋਕਾਂ ਦਾ ਸਾਥ ਮਿਲ ਰਿਹਾ, ਆਪਾਂ ਚੰਡੀਗੜ੍ਹ ਪ੍ਰਸ਼ਾਸਨ ਕੋਲੋਂ ਇਹ ਲਾਗੂ ਕਰਵਾਉਣ ਵਿੱਚ ਕਾਮਯਾਬ ਹੋਵਾਂਗੇ। अब हमारी बात हो रही कोऑर्डिनेशन कमेटी के प्रधान से। जी प्रधान जी। देखो जी, ਅਸੀਂ ਬੜੇ ਲੰਮੇ ਸਮੇਂ ਤੋਂ ਇਹ ਲੜਾਈ ਹੈ ਜਿਹੜੀ ਆਊਟਸੋਰਸ ਮੁਲਾਜ਼ਮਾਂ ਦੇ ਰੈਗੂਲਰ ਸਾਥੀਆਂ ਦੇ ਲਈ ਬਹੁਤ ਸਾਰੀਆਂ ਡਿਮਾਂਡਾਂ ਜਿਹੜੀਆਂ ਹੋਰ ਨੇ, ਇਹਨਾਂ ਦੇ ਉੱਤੇ ਅਸੀਂ ਲੜ ਰਹੇ ਹਾਂ। ਪ੍ਰਸ਼ਾਸਨ ਦੇ ਨਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲਬਾਤ ਕੀਤੀ ਜਾ ਰਹੀ ਹੈ। ਕਾਨੂੰਨ ਦੇ ਦਾਇਰੇ ਦੇ ਵਿੱਚ ਸਾਡੀਆਂ ਮੰਗਾਂ ਨੇ, ਹਰ ਮੰਗ ਦਾ ਜਿਹੜਾ ਸੋਲੂਸ਼ਨ ਹੋ ਸਕਦਾ ਹੈ ਟੇਬਲ ਤੱਕ ਤੇ ਬੈਠ ਕੇ ਸਾਰੀ ਗੱਲਬਾਤ ਕਰਕੇ। ਪਰ ਅਸੀਂ ਬਾਰ-ਬਾਰ ਅਧਿਕਾਰੀਆਂ ਦੇ ਕੋਲ ਜਾ ਰਹੇ ਹਾਂ। 1 ਸਾਲ ਤੋਂ ਵੱਧ ਸਮਾਂ ਹੋ ਗਿਆ, ਸਾਨੂੰ ਹਰ ਨੀਚੇ ਵਾਲੇ ਅਧਿਕਾਰੀ ਨਾਲ ਗੱਲਬਾਤ ਹੋਈ ਹੈ, ਮੀਟਿੰਗ ਹੋਈ ਹੈ, ਲੇਕਿਨ ਮਸਲਿਆਂ ਦਾ ਹੱਲ ਨਹੀਂ ਹੋਇਆ। ਮਸਲੇ ਹੱਲ ਹੋ ਸਕਦੇ ਨੇ, ਐਡਵਾਈਜ਼ਰ ਸਾਹਿਬ ਦੀ ਜਿਹੜੀ ਪ੍ਰਧਾਨਗੀ ਥੱਲੇ ਮੀਟਿੰਗ ਹੋਵੇ, ਐਡਵਾਈਜ਼ਰ ਸਾਹਿਬ ਜਿਹੜੇ ਹੈਗੇ ਆ ਉਹ ਬੈਠਣ, ਸਾਰੇ HOD ਨੂੰ ਬੁਲਾਉਣ ਉੱਤੇ। एडवाइजर ही क्यों, प्रशासक क्यों, एडमिनिस्ट्रेटर क्यों नहीं? ਐਡਮਿਨਿਸਟ੍ਰੇਸ਼ਨ ਹੈ ਜਿਹੜੇ ਉਹਨਾਂ ਦੇ ਕੋਲ ਵੀ ਅਸੀਂ ਜਿਹੜੀ ਪਹਿਲਾਂ ਰਿਕੁਐਸਟ ਕੀਤੀ ਹੈ ਕਿ ਜਿਹੜੇ ਥੱਲੇ ਵਾਲੇ ਤੁਹਾਡੇ ਅਧਿਕਾਰੀ ਨੇ, ਇਹ ਸਾਡੀਆਂ ਗੱਲਾਂ ਦੇ ਉੱਤੇ ਜਿਹੜੀ ਗੌਰ ਨਹੀਂ ਫਰਮਾ ਰਹੇ ਕਿਸੇ ਤਰ੍ਹਾਂ ਦੀ, ਇਸ ਕਰਕੇ ਸਾਨੂੰ ਰੋਡਾਂ 'ਤੇ ਨਿਕਲਣਾ ਪੈ ਰਿਹਾ ਆ। ਤੇ ਇਸੇ ਕਰਕੇ ਅਸੀਂ ਜਿਹੜਾ 20 ਤਰੀਕ ਦਾ ਅਗਲਾ ਪ੍ਰੋਗਰਾਮ ਹੈ, ਇਹ ਅਸੀਂ ਪ੍ਰਸ਼ਾਸਕ ਦਾ ਪੁਤਲਾ ਫੂਕਣ ਦਾ ਰੱਖਿਆ ਹੋਇਆ ਗਵਰਨਰ ਹਾਊਸ ਦੇ ਸਾਹਮਣੇ। ਸਿਰਫ ਇਸ ਕਰਕੇ ਰੱਖਿਆ ਕਿ ਜਿਹੜੇ ਪ੍ਰਸ਼ਾਸਕ ਦੇ ਥੱਲੇ ਜ਼ਿੰਮੇਵਾਰ ਅਧਿਕਾਰੀ ਨੇ, ਉਹ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣਦੇ, ਕੋਈ ਉਹਨਾਂ ਦੀ ਮੰਗ ਸਵੀਕਾਰ ਨਹੀਂ ਕਰਦੇ। ਧੱਕਾ ਸਾਡੇ ਨਾਲ ਕੀਤਾ ਜਾ ਰਿਹਾ ਆ। ਜਿਵੇਂ ਸਾਥੀ ਦੱਸ ਕੇ ਗਏ ਨੇ ਕਿ ਹਰ ਥਾਂ ਤੇ ਠੇਕੇਦਾਰ ਹੈ ਜਿਹੜਾ ਅੱਜ ਵੀ 10,000 ਰੁਪਏ ਤੋਂ ਲੈ ਕੇ 35,000 ਰੁਪਏ ਤੱਕ ਰੁਪਏ ਲੈ ਰਿਹਾ ਵਰਕਰਾਂ ਤੋਂ। ਪਰ ਅਸੀਂ ਦੱਸ ਰਹੇ ਹਾਂ ਪ੍ਰਸ਼ਾਸਨ ਨੂੰ ਬਾਰ-ਬਾਰ ਕਿ ਫਲਾਣੇ ਡਿਪਾਰਟਮੈਂਟ ਦੇ ਵਿੱਚ ਇੰਨੇ ਪੈਸੇ ਮੰਗ ਰਹੇ ਆ। ਇੱਥੋਂ ਤੱਕ ਕਿ ਪਰਸੋਨਲ ਸੈਕਟਰੀ ਦੀ ਜਿਹੜੀ ਮੀਟਿੰਗ ਸਾਡੀ ਹੋਈ ਸੀ, ਅਸੀਂ ਉਹਦੇ ਵਿੱਚ ਗਿਆ ਕਿ ਹਾਰਟੀਕਲਚਰ ਦੇ ਕਾਮੇ ਸਾਡੇ ਨਾਲ ਬੈਠੇ ਨੇ, ਇਹਨਾਂ ਤੋਂ ਠੇਕੇਦਾਰ 15,000 ਰੁਪਈਆ ਮੰਗ ਰਿਹਾ ਆ। ਕਿੱਥੋਂ ਦਈਏ? ਤੇ ਜਦੋਂ ਤੁਹਾਡੇ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ, ਕੋਈ ਸਾਥੀ ਕੱਢਿਆ ਨਹੀਂ ਜਾਣਾ ਜਿਹੜਾ ਪੁਰਾਣਾ ਸਾਥੀ ਹੈ, ਫਿਰ ਪ੍ਰਸ਼ਾਸਨ ਇਹਦੇ ਉੱਤੇ ਕੋਈ ਜਿਹੜੀ ਸਾਡੀ ਕੰਪਲੇਂਟ ਹੈ ਉਹਦੇ ਉੱਤੇ ਕੋਈ ਗੌਰ ਨਹੀਂ ਕਰ ਰਿਹਾ। ਇਸ ਕਰਕੇ ਅਸੀਂ ਹੁਣ ਮਜਬੂਰ ਹਾਂ ਕਿ 20 ਤਰੀਕ ਨੂੰ ਅਸੀਂ ਇੱਕ ਵੱਡਾ ਪ੍ਰੋਗਰਾਮ ਹੈ ਜਿਹੜਾ ਉਹ ਕਰਾਂਗੇ ਤੇ ਪ੍ਰਸ਼ਾਸਕ ਦਾ ਪੁਤਲਾ ਜਿਹੜਾ ਉਹ ਗਵਰਨਰ ਹਾਊਸ ਦੇ ਸਾਹਮਣੇ ਜਿਹੜਾ ਅਸੀਂ ਫੂਕਾਂਗੇ। ਇਸ ਕੰਮ ਦੇ ਲਈ ਅਸੀਂ ਮਜਬੂਰ ਹਾਂ ਕਿਉਂਕਿ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ। ਅਸੀਂ ਜਿਹੜੀ ਲੜਾਈ ਹੈ ਇਹਨੂੰ ਹੋਰ ਤਿੱਖਾ ਕਰਦੇ ਹਾਂ, ਅੱਗੇ ਵਧਾਵਾਂਗੇ। ਇਹਦੀ ਜ਼ਿੰਮੇਵਾਰੀ ਪੂਰੀ ਦੀ ਪੂਰੀ ਪ੍ਰਸ਼ਾਸਨ ਦੀ, ਪ੍ਰਸ਼ਾਸਕ ਦੇ ਅਧਿਕਾਰੀਆਂ ਦੀ, ਇਹਨਾਂ ਦੀ ਹੋਏਗੀ। ਜੇ ਕੋਈ ਗੱਲਬਾਤ ਵਾਪਰੀ ਤਾਂ ਇਹ ਜ਼ਿੰਮੇਵਾਰ ਹੋਣਗੇ। मेरा नाम राजू है जी। मैं भी एक कॉन्ट्रैक्ट बेस पे ही हूँ कि ना ठेकेदार पैसे मांगते हैं हमसे, अगर नहीं देते तो उनको पैसे, तो वो कहते हैं कि तुम अपने उससे बात करो। जब एडवाइज़र ने ये कह चुका है कि भाई किसी ठेकेदार को पैसे नहीं देने, तो हमारे अफसर कहते हैं कि तुम्हारा उनसे एक डायरेक्ट कॉन्टैक्ट है कि तुम उनसे सीधा जाके बात कर लो जो तुम्हारे से होती है। तो इसका क्या मतलब है कि जब हम रोड का काम कर रहे हैं, गवर्नमेंट का काम कर रहे हैं, तो गवर्नमेंट को हमारे से लिंक होना चाहिए। गवर्नमेंट ही हमारी सोल्यूशन करेगी उसके साथ, ठेकेदार के साथ। तो वो उसका हमारे जो बाबू होते हैं, कुछ भी होता है, वो कहते हैं तुम अपने ठेकेदार से डायरेक्ट बात कर लो। इसका तो कोई मतलब नहीं है। जब हम वहाँ जाते हैं बात करने, वो कहता 10वीं नहीं है, किसी के पास 8वीं नहीं है, चलो बाहर हैं 12,000 दे दो, 20,000 दे दो। अगर आगे हमारी सैलरी बढ़ती भी है, आज 10 मांग रहा है, कल 20 मांगेगा, कल 30 मांगेगा, ऐसे तो ये काम बढ़ता रहेगा। अगर हमने ये रैलियाँ ना करी, आज 20 बंदा है, कल 40 हो जाएगा, 50 हो जाएगा, छोटी छोटी करके लड़ाई इतनी बड़ी हो जाएगी, उनको कभी ना कभी हमारी बात ज़रूर माननी पड़ेगी बात। लड़ते लोग जिंदाबाद, जिंदाबाद, जिंदाबाद। लड़ते लोग जिंदाबाद, जिंदाबाद, जिंदाबाद। ठेकेदारी सिस्टम मुर्दाबाद, मुर्दाबाद, मुर्दाबाद। ठेकेदारी सिस्टम मुर्दाबाद, मुर्दाबाद, मुर्दाबाद। ठेकेदारी सिस्टम बंद करो, बंद करो, बंद करो। ठेकेदारी सिस्टम बंद करो, बंद करो, बंद करो।
CNE न्यूज के साथ बने रहने के लिए आप सभी का बहुत बहुत धन्यवाद।